ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਆਯੂਵਾਲ ਟੀਵੀ ਦੀ ਖਾਸ ਪੇਸ਼ਕਸ਼ ਇਲੈਕਸ਼ਨ 2022 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਾਂਗੇ ਅੱਜ ਪੰਜਾਬ ਦਾ ਸਿਆਸੀ ਮਾਹੌਲ ਪੱਕਿਆ ਹੋਇਆ ਹੈ। ਪੰਜਾਬ ਦੀਆਂ ਰਵਾਇਤੀ ਧਿਰਾਂ ਤੋਂ ਇਲਾਵਾ ਇਸ ਵਾਰ ਪੰਜਾਬ ਦੇ ਚੋਣ ਪਿੜ ਦੇ ਵਿੱਚ ਇੱਕ ਨਵੀਂ ਧਿਰ ਹੈ, ਉਹ ਧਿਰ ਹੈ ਕਿਸਾਨਾਂ ਦੀ ਇਸ ਧਿਰ ਵਾਸਤੇ ਅਮਰੀਕਾ ਤੋਂ ਆਏ ਡਾਕਟਰ ਸਵੈਬ ਮਾਨ ਸਿੰਘ, ਜਿਹੜੇ ਕਿ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੰਤਵ ਇਹੀ ਹੈ ਕਿ ਪਿਛਲੇ ਦਿਨੀ ਉਹਨਾਂ ਨੇ ਬੇਬਾਕ ਤਰੀਕੇ ਨਾਲ ਕੁਝ ਗੱਲਾਂ, ਕੁਝ ਮਸਲੇ, ਕੁਝ ਕਿੰਤੂ ਚੁੱਕੇ ਸਨ। ਅੱਜ ਉਹਨਾਂ ਕਿੰਤੂਆਂ ਤੇ ਹੀ ਉਹਨਾਂ ਨੂੰ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਈਆ, ਤੁਸੀਂ ਬੜਾ ਵਧੀਆ ਕਿਹਾ। ਸਤਿ ਸ਼੍ਰੀ ਅਕਾਲ ਆਦਾਬ। ਮੈਂ ਅਸਲਾਮ ਵਾਲੇਕਮ ਕਹਿੰਦਾ ਹੁੰਦਾ, ਪਰ ਮੈਨੂੰ ਆਦਾਬ ਕਿਆ ਕਰੂੰਗਾ। ਬਹੁਤ ਵਧੀਆ, ਨਮਸਕਾਰ। ਹਾਂ, ਨਾਲ ਨਮਸਕਾਰ। ਹਾਂਜੀ, ਥੈਂਕ ਯੂ। ਅੱਛਾ ਡਾਕਟਰ ਸਾਹਿਬ, ਆਮ ਤੌਰ ਤੇ ਸਾਡੇ ਜਿਹੜਾ ਪੋਲੀਟੀਕਲ ਸਿਸਟਮ ਹੈ, ਇਹਦੇ 'ਚ ਜੀ ਹਜੂਰੀਏ ਭਾਰੂ ਹੈ, ਯੈਸ ਬੌਸ ਜਿਹਨਾਂ ਨੂੰ ਕਿਹਾ ਜਾਂਦਾ ਨਾ, ਕਿ ਉੱਤੋਂ ਆਰਡਰ ਆਏ ਜੀ ਸਰ ਜੀ। ਤੁਸੀਂ ਪਹਿਲੀ ਵਾਰ ਮੋਰਚੇ ਦੇ ਕੈਂਡੀਡੇਟਾਂ ਉੱਤੇ ਕਿੰਤੂ ਚੁੱਕਿਆ ਸੀਗਾ ਕਿ ਇਦਾਂ ਦੇ ਨਹੀਂ ਚਾਹੀਦੇ, ਤੁਹਾਨੂੰ ਕਿਹਨਾਂ ਤੇ ਇਤਰਾਜ਼ ਸੀ? ਨਹੀਂ, ਕਿਉਂਕਿ ਮੇਰਾ ਜੀ ਹਜੂਰ ਉੱਪਰਲਾ ਬਾਬਾ ਨਾਨਕ ਆ। ਠੀਕ ਹੈ। ਸੋ ਮੈਂ ਟਰਾਈ ਕਰਦਾ। ਵੇਖੋ, ਆਪਾਂ ਪਰਫੈਕਟ ਨਹੀਂ ਆ, ਮੈਂ ਵੀ 100 ਗਲਤੀਆਂ ਕਰਨੀਆਂ। ਹਾਂਜੀ। ਮੇਰੀ ਇੱਕ ਸੋਚ ਸੀ ਕਿ 107 ਮੇਰੀ ਇਹ ਸੋਚ ਸੀ ਕਿ ਯੂਨੀਅਨ ਲੀਡਰਸ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਅਸੀਂ ਬਾਹਰ ਰਹਿ ਕੇ ਇੱਕ ਪ੍ਰੈਸ਼ਰ ਗਰੁੱਪ ਦੀ, ਜਿੱਦਾਂ ਮੈਂ ਕਹਿੰਦਾ ਕਿ ਮੈਂ ਬਾਹਰ ਰਹਿ ਕੇ ਆਪਾਂ 117 ਲੋਕਾਂ ਨੂੰ ਇਲੈਕਸ਼ਨ ਲੜਾਈਏ। ਠੀਕ ਹੈ। ਅਸੀਂ ਉਹਨਾਂ ਦੇ ਉੱਪਰ ਪ੍ਰੈਸ਼ਰ ਗਰੁੱਪ ਬਣ ਕੇ ਰਹੀਏ ਤੇ ਲੋਕਾਂ ਨੂੰ ਇਕੱਠੇ ਹੋ ਕੇ 32 ਦੇ 32 ਇਕੱਠੇ ਹੋ ਕੇ ਸਾਰੇ ਪੰਜਾਬ 'ਚ ਪ੍ਰਚਾਰ ਕਰੀਏ। ਹਨੇਰੀ ਆ ਜਾਣੀ ਸੀ। ਸੋ ਜਦੋਂ ਮੈਂ ਉਹ ਥੋੜੀ ਜਿਹੀ ਉਹ ਚੀਜ਼ ਟੇਢੀ ਵੇਖੀ, ਕੁਝ ਕੈਂਡੀਡੇਟਸ ਦਾ ਮੈਨੂੰ ਲੱਗਾ ਕਿ ਠੀਕ ਨਹੀਂ ਆ, ਫਿਰ ਮੈਂ ਕਹਿ ਦਿੱਤਾ। ਪਰ ਬਹੁਤ ਜ਼ਿਆਦਾ ਹਜੇ ਵੀ ਚੰਗੇ ਕੈਂਡੀਡੇਟਸ ਨੇ, ਜ਼ਿਆਦੀ ਪਰਸੈਂਟੇਜ ਵਿੱਚ ਚੰਗੇ ਕੈਂਡੀਡੇਟਸ ਨੇ। ਇਸ ਲਈ ਮੈਂ ਕਿਹਾ ਕਿ ਪ੍ਰਚਾਰ ਨਹੀਂ ਰੋਕਣਾ, ਪ੍ਰਚਾਰ ਉਦਾਂ ਹੀ ਕਰਦੇ ਰਹਿਣਾ। ਜੇ ਕੁਝ ਗਲਤੀਆਂ, ਵੇਖੋ ਕੋਈ ਵੀ ਚੀਜ਼ ਜਦੋਂ ਨਵੀਂ ਬਣਦੀ ਆ, ਬੱਚਾ ਪੈਦਾ ਹੁੰਦਾ, ਉਹਨੂੰ ਹੌਲੀ ਹੌਲੀ ਪਰਫੈਕਟ ਕਰਦੇ ਆ। ਸੋ ਆਪਾਂ ਗਿਵ ਅਪ ਨਹੀਂ ਕਰਨਾ, ਪੰਜਾਬ ਦੇ ਲਈ ਗਿਵ ਅਪ ਨਹੀਂ ਕਰਨਾ, ਆਪਣਾ ਹਾਰਡ ਵਰਕ ਕਰਦੇ ਰਹਿਣਾ। ਔਰ ਉਦਾਂ ਹੀ ਬਸ ਆਪਾਂ, ਪਰ ਜਿੱਥੇ ਕੋਈ ਗਲਤ ਆ ਉੱਥੇ ਗਲਤ ਕਹੋ, ਜਿੱਥੇ ਸਹੀ ਆ ਉੱਥੇ ਸਹੀ ਕਹੋ, ਔਰ ਗਲਤ ਨੂੰ ਗਲਤ ਕਹਿਤਾ, ਫਿਰ ਨਾਲ ਹੀ ਉਦਾਂ ਹੀ ਤੁਰਿਆ ਰਿਹਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਇਹ ਜ਼ਰੂਰ ਦੱਸਿਓ ਕਿ ਜਦੋਂ ਜਥੇਬੰਦੀਆਂ ਸਾਰੀਆਂ ਇੱਕਮਤ ਨਹੀਂ ਹੋਈਆਂ, ਇੱਕਮਤ ਦਾ ਮਤਲਬ ਕਿ 32 ਦੀਆਂ 32 ਨੇ ਹਾਮੀ ਨਹੀਂ ਭਰੀ ਕਿ ਅਸੀਂ ਇਲੈਕਸ਼ਨ ਲੜਾਂਗੇ, ਜਦੋਂ ਦੋ ਫਾੜ ਹੋ ਗਈਆਂ ਤਾਂ ਤੁਸੀਂ ਕੀ ਇਕਜੁੱਟ ਕਰਨ ਦਾ ਉਹਨਾਂ ਨੂੰ ਸੁਨੇਹਾ ਦਿੱਤਾ, ਜਾਂ ਤੁਹਾਨੂੰ ਲੱਗਿਆ ਕਿ ਜਿਹੜੀ ਨਹੀਂ ਲੜ ਰਹੀ ਉਹ ਧਿਰ ਸਗੋਂ ਹਾਵੀ ਆ, ਉਹ ਆਪਦੇ ਸਟੈਂਡ ਤੇ ਖੜੀ ਹੈ ਜਾਂ ਸਿਧਾਂਤ ਤੇ ਖੜੀ ਹੈ? ਨਹੀਂ, ਵੇਖੋ ਮੈਂ ਸਾਰਿਆਂ ਦਾ ਸਤਿਕਾਰ ਕਰਦਾ। ਮੈਂ ਸਤਨਾਮ ਸਿੰਘ ਪੰਨੂ, ਆਪਣੇ ਡੱਲੇਵਾਲ ਜੀ, ਅਗਰਾਹ ਸਾਹਿਬ, ਬੂਟਾ ਸਿੰਘ ਬੁਰਜਗਿੱਲ, ਜਿਹੜੇ ਨਹੀਂ ਵੀ ਇਲੈਕਸ਼ਨ ਲੜ ਰਹੇ, ਉਹ ਕਿਤੇ ਨਾ ਕਿਤੇ ਮੈਂ ਫੀਲ ਕਰਦਾ ਉਹਨਾਂ ਦਾ ਕਨਸਟੀਟਿਊਸ਼ਨ ਉਹਨਾਂ ਨੂੰ ਬਾਈਂਡ ਕਰਦਾ। ਪਰ ਜੇ ਆਪਾਂ ਜਿੱਦਾਂ ਮੈਂ ਕਿਹਾ ਆਉਂਦੇ 117 ਨੂੰ ਲੜਾਉਂਦੇ, ਆਪ ਭਾਵੇਂ ਪਿੱਛੇ ਪ੍ਰੈਸ਼ਰ ਗਰੁੱਪ ਬਣਦੇ, ਫਿਰ ਸਾਰੇ ਹੀ ਆਉਂਦੇ। ਠੀਕ ਹੈ। ਉਹ ਕਿਤੇ ਨਾ ਕਿਤੇ ਜਿਹੜੀ ਸਾਡੇ ਕੋਲ ਗਲਤੀ ਹੋ ਗਈ, ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਗਈ। ਪਰ ਇਟਸ ਫਾਈਨ, ਕੱਲ ਕਰ ਲਾਂਗੇ ਇਕੱਠੇ। ਜਿਹੜੀ ਸੋਚ ਅੱਜ ਨਹੀਂ ਬਣ ਸਕੀ, 5 ਸਾਲਾਂ ਨੂੰ ਬਣਾ ਲਾਂਗੇ, 2 ਸਾਲਾਂ ਨੂੰ ਬਣਾ ਲਾਂਗੇ। ਪਰ ਮੈਨੂੰ ਪਤਾ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਰਿਅਲਾਈਜ਼ ਕਰਾਤਾ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ, ਤੁਸੀਂ ਪਿੱਛੇ ਰਹਿਣਾ, ਪਰ ਤੁਸੀਂ ਇੱਕ ਧੜ ਬਣਾਉਣੀ। ਜਿੱਦਾਂ ਆਪਾਂ ਕਹਿੰਦਾ ਕਿ 32 ਯੂਨੀਅਨਾਂ ਬਣਾ ਕੇ ਇੱਕ ਯੂਨੀਅਨ ਬਣਾ ਲਈ, ਇਕੱਠਿਆ ਕਰਕੇ ਇੱਕ ਯੂਨੀਅਨ ਬਣਾ ਲਈ ਕਿ ਤੁਸੀਂ ਇਲੈਕਸ਼ਨ ਲੜੋਗੇ, ਅਸੀਂ ਤੁਹਾਡੇ ਪਿੱਛੇ ਖੜੇ ਹਾਂ। ਮੈਂ ਕਹਿੰਦਾ ਹਨੇਰੀਆਂ ਆ ਜਾਣੀਆਂ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਗੱਲਾਂ 'ਚ ਕੰਟਰਾਡਿਕਸ਼ਨ ਹੈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਆਪਾਂ ਲੋਕਤੰਤਰ ਦੇ ਵਿੱਚ ਪ੍ਰੈਸ਼ਰ ਗਰੁੱਪ ਬਣ ਕੇ ਮੈਚਿਓਰਿਟੀ ਲਿਆਉਣੀ ਆ, ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਕਿ ਇਲੈਕਸ਼ਨ ਲੜਾਂਗੇ, ਗਾਂ ਨੂੰ ਮੈਚੁਰ ਹੋ ਜਾਾਂਗੇ, ਤਾਂ ਐਕਸਪੈਰੀਮੈਂਟ ਵਿੱਚ ਤਾਂ ਬਹੁਤ ਚੀਜ਼ਾਂ ਡਿਫਰੈਂਟ ਹੋ ਜਾਣਗੀਆਂ ਨਾ। ਐਕਸਪੈਰੀਮੈਂਟ ਜੇ ਆਪਾਂ ਕਰਨਾ, ਐਕਸਪੈਰੀਮੈਂਟ ਨਹੀਂ ਆ, ਰਿਐਲਿਟੀ ਆ। ਸੋ ਰਿਐਲਿਟੀ ਆ ਕਿ ਜਿਨ੍ਹਾਂ ਨੇ 3 ਕਾਨੂੰਨ ਬਣਾਏ ਆ, ਅੱਜ ਉਹੀ ਕੁਰਸੀਆਂ ਤੇ ਬੈਠੇ ਆ। ਉਹਨਾਂ ਨੇ ਕੱਲ 6 ਬਣਾ ਲੈਣੇ ਆ। ਜੇ ਤੁਸੀਂ ਉਹਨਾਂ ਦੀਆਂ ਕੁਰਸੀਆਂ ਤੇ ਨਾ ਬੈਠੇ, ਤੁਹਾਡੀ ਹੋਂਦ ਹੀ ਖਤਮ ਹੋ ਜਾਣੀ ਆ। ਇੱਕ ਦਿੱਲੀ ਦੀ ਸਰਕਾਰ ਆਂਦੀ ਤੁਹਾਡੇ ਪੰਜਾਬ ਦੇ ਪਾਣੀ ਦਾ 3600 ਕਰੋੜ ਦੇਣਾ ਆਮ ਆਦਮੀ ਪਾਰਟੀ ਨੇ, 1 ਰੁਪਇਆ ਨਹੀਂ ਮਿਲਿਆ। ਆ ਜਿਹੜੇ ਦੂਜੀਆਂ 2 ਸਰਕਾਰਾਂ, ਇਹਨਾਂ ਨੇ ਸਾਡੇ ਪਾਣੀ ਪੰਜਾਬ ਤੋਂ ਬਾਹਰ ਕੱਢ ਲਏ। ਕਿਸੇ ਨੇ ਆਪਣਾ ਹੋਟਲ ਬਣਾ ਲਿਆ, ਕਿਸੇ ਨੇ ਆਪਣਾ ਕੁਛ ਕਰ ਲਿਆ। ਤੁਹਾਨੂੰ ਉਹ ਕੁਰਸੀਆਂ ਲੈਣੀਆਂ ਪੈਣੀਆਂ, ਪਰ ਜਿਹੜਾ ਪ੍ਰੈਸ਼ਰ ਗਰੁੱਪ ਆ ਉਹ ਵੀ ਬਰਕਰਾਰ ਰੱਖਣਾ ਪੈਣਾ ਇਹਨਾਂ ਦੇ ਉੱਤੇ। ਕਿਉਂਕਿ ਵੇਖੋ, ਇਨਕਲਾਬ ਜਿਹੜਾ ਵਾ ਉਹ ਇਟਸ ਨਾਟ ਅ ਡੈਸਟੀਨੇਸ਼ਨ, ਇੱਕ ਜਰਨੀ ਆ। ਉਹਨੂੰ ਜਰਨੀ ਵਾਂਗੂ ਤੁਹਾਨੂੰ ਕੱਢਣਾ ਪਊਗਾ। ਜੌਨ ਕੋਲਿਨ ਕਹਿੰਦੇ ਸੀ ਲੋਕਤੰਤਰ ਹਾਸਲ ਕਰਨਾ ਤੇ ਉਹਨੂੰ ਬਰਕਰਾਰ ਰੱਖਣਾ ਵੀ ਇੱਕ ਬਹੁਤ ਵੱਡੀ ਜੱਦੋਜਹਿਦ ਹੈ, ਜੌਨ ਕੋਲਿਨ ਨੇ ਕਿਹਾ ਸੀ। ਔਰ ਪ੍ਰੈਸ਼ਰ ਗਰੁੱਪ, ਜਦੋਂ ਅਸੀਂ ਇੱਕ ਡਿਕਟੇਟਰਸ਼ਿਪ ਕਰਦੇ ਆ ਉਦੋਂ ਲੂਜ਼ ਕਰ ਜਾਂਦੇ ਆ। ਜਦੋਂ ਆਪਾਂ ਪ੍ਰੈਸ਼ਰ ਗਰੁੱਪ ਬਣਾਉਂਦੇ ਆ, ਇੱਕ ਦੂਜੇ ਨੂੰ, ਵੇਖੋ ਜੇ ਮੇਰੇ ਕੋਲ ਗਲਤੀ ਹੋ ਗਈ, ਮੈਂ ਕਹਾਂ ਮੈਂ ਗਲਤ ਆ, ਬੈਸਟ ਚੀਜ਼ ਆ, ਐਡਮਿਟ ਕਰਕੇ ਮੂਵ ਔਨ ਕਰੋ। ਠੀਕ ਹੈ। ਜਿੱਥੇ ਗਲਤੀ ਹੋਈ, ਪਰ ਰਾਜੇਵਾਲ ਸਾਹਿਬ ਜਿਹੜੇ ਕਿ ਸੀਐਮ ਦੇ ਚਿਹਰੇ ਨੇ, ਐਸਐਸਐਮ ਦੇ, ਉਹਨਾਂ ਬਾਰੇ ਤਾਂ ਬਹੁਤ ਕਿਹਾ ਜਾਂਦਾ ਕਿ ਕਾਫੀ ਅੜੀਅਲ ਨੇ, ਗੱਲ ਨਹੀਂ ਸੁਣਦੇ, ਕਈ ਵਾਰੀ ਟੀਮ ਵਰਕ ਦੇ ਵਿੱਚ ਵੀ ਘੱਟ ਬਲੀਵ ਕਰਦੇ ਨੇ। ਨਹੀਂ, ਟੀਮ ਵਰਕ ਤੇ ਵੇਖੋ ਬਹੁਤ ਵੱਡੀ ਉੱਥੇ ਕੰਮ ਕੀਤਾ ਅੰਦੋਲਨ 'ਚ। ਸੋ ਕਈ ਵਾਰੀ ਨਵੀਂ ਚੀਜ਼ ਹੁੰਦੀ ਆ, ਕਈ ਵਾਰੀ ਬੰਦਾ ਨਹੀਂ ਸਮਝ ਪਾਉਂਦਾ, ਟਾਈਮ ਘੱਟ ਹੁੰਦਾ। ਮੈਂ ਉਹ ਚੀਜ਼ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਸੋ ਉਹ ਜਿਹੜੀ ਜੇ ਅੜੀਅਲ ਆ ਜਾਂ ਕਿੱਦਾਂ, ਮੈਨੂੰ ਨਹੀਂ ਪਤਾ ਕਿਹਦੇ ਨਾਲ ਆ, ਕਿੱਦਾਂ ਵਾ, ਕੀ ਹਿਸਾਬ ਕਿਤਾਬ, ਉਹ ਠੀਕ ਹੈ ਆਪਣਾ। ਪਰ ਸਾਨੂੰ
ਚਿਹਰੇ ਨੂੰ ਟਾਰਗੇਟ ਕਰਨ ਦੀ ਥਾਂ ਤੇ ਆਪਾਂ ਮੁੱਦਿਆਂ ਨੂੰ ਟਾਰਗੇਟ ਕਰਨਾ। ਮੈਂ ਵੇਖੋ, ਮੈਂ ਤੁਸੀਂ ਕਹੋਗੇ ਆਹ ਪਰਫੈਕਟ ਨਹੀਂ ਹੈ ਯਾਰ, ਮੈਂ ਕਿਹੜਾ ਉੱਪਰੋਂ ਡਿੱਗਾ, ਮੇਰੇ 'ਚ ਵੀ 100 ਗਲਤੀਆਂ, ਹੁਣ ਮੈਂ ਕਮੀਆਂ ਹੀ ਕੱਢਣ ਤੇ ਆ ਗਿਆ। ਆਪਣਾ ਕੰਮ ਕਰੀ ਜਾਓ, ਗਲਤੀਆਂ ਨਹੀਂ ਕੱਢਣੀਆਂ ਕਿਸੇ ਦੀਆਂ, ਆਪਣਾ ਕੰਮ ਕਰਨ ਦੇ, ਉਹ ਕਰਦੇ ਰਹਿਣਾ ਔਰ ਟਰਾਈ ਕਰੋ ਕਿ ਹੋਰ ਲੋਕਾਂ ਨੂੰ ਨਾਲ ਜੋੜਨ ਦੀ, ਸਾਰੇ ਤੁਹਾਡੇ ਨਾਲ ਜੋੜਨ ਔਰ ਪੰਜਾਬ ਦੇ ਭਲੇ ਲਈ। ਜਿੱਦਾਂ ਸਿੱਧੂ ਆਂਦਾ ਨਾ, ਕੋਈ ਆਂਦਾ ਸਿੱਧੂ ਕਿੱਥੋਂ ਖੜਾ ਹੋ ਗਿਆ, ਮਜੀਠੀਆ ਖੜਾ ਹੋ ਗਿਆ, ਸਿੱਧੂ ਮਜੀਠੀਆ, ਉਹ ਗੇਮ ਚੱਲ ਪਈ, ਗੇਮ ਚੋਂ ਨਿਕਲੋ। ਇਹ ਸਿੱਧੂ ਮਜੀਠੀਆ ਨੇ ਤੁਹਾਡੇ ਢਿੱਡ ਨਹੀਂ ਭਰਨੇ, ਠੀਕ ਹੈ, ਉਹਨਾਂ ਦੇ ਹਲਕੇ 'ਚ ਕੁਝ ਕਰ ਸਕਦੇ ਪਰ ਬਾਹਰ ਨਹੀਂ ਕਰਨੇ, ਉਹਨਾਂ ਨੂੰ ਛੱਡ ਦਿਓ, ਉਹਨਾਂ ਦੇ ਪਰਿਵਾਰ ਹੈ, ਉਹ ਸੁਖੀ ਆ, ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ। ਤੁਸੀਂ ਆਪਣੇ ਹਲਕੇ ਦਾ ਵੇਖੋ, ਆਪਣੇ ਪਰਿਵਾਰ ਦਾ ਵੇਖੋ, ਮੁੱਦਿਆਂ ਤੇ ਆਓ, ਗੱਲ ਮੁੱਦਿਆਂ ਦੀ ਆ, ਸੋ ਮੁੱਦਿਆਂ ਤੇ ਰਹੀਏ, ਟਾਰਗੇਟ ਨਾ ਕਰੀਏ। ਤੁਹਾਡੇ ਮੁਤਾਬਕ ਕਿਹੜੀ ਧਿਰ ਸਹੀ ਲੱਗਦੀ ਤੁਹਾਨੂੰ, ਕਿਹੜੀ ਧਿਰ ਸਹੀ ਲੱਗਦੀ ਹੈ ਇਲੈਕਸ਼ਨ ਦੇ ਵਿੱਚ ਆਉਣ ਵਾਲੀ ਜਾਂ ਇਲੈਕਸ਼ਨ ਨਾ ਲੜਨ ਵਾਲੀ? ਨਹੀਂ, ਸਿਧਾਂਤ ਮੁਤਾਬਕ ਮੈਂ ਫੀਲ ਕਰਦਾ ਇਲੈਕਸ਼ਨ ਲੜਨੀ ਚਾਹੀਦੀ ਆ, ਪਰ ਜ਼ਰੂਰੀ ਨਹੀਂ ਤੁਸੀਂ ਆਪ ਲੜੋ, ਤੁਸੀਂ ਚਿਹਰੇ ਅੱਗੇ ਦਿਓ, ਚੰਗੇ ਚਿਹਰੇ ਅੱਗੇ ਲੈ ਕੇ ਆਓ, ਜਿਹੜੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਐਤਕੀ। ਬਈ ਆਪ ਪਿੱਛੇ ਰਹੋ, ਚਿਹਰੇ ਅੱਗੇ ਕਰੋ, ਚਿਹਰੇ ਇਲੈਕਸ਼ਨ ਲੜਨ, ਤੁਸੀਂ ਉਹਨਾਂ ਦੇ ਪਿੱਛੇ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਵੀ ਕਰੋ। ਹੁਣ ਜਿਹਦਾ ਕੱਲ ਆ, ਪਰਸੋਂ ਅਸੀਂ ਧਰਨਾ ਮਾਰਿਆ, ਟਰੈਕਟਰ ਮਾਰਚ ਕੱਢਿਆ ਕਿ ਸਕੂਲ ਖੋਲੋ, ਅਸੀਂ 10 ਵਜੇ ਟਰੈਕਟਰ ਮਾਰਚ ਸ਼ੁਰੂ ਕੀਤਾ, 2 ਵਜੇ ਸਾਰੇ ਦੇਸ਼ ਦੇ ਸਕੂਲ ਖੁੱਲ ਗਏ। ਇਹ ਪ੍ਰੈਸ਼ਰ ਗਰੁੱਪ ਆ, ਉਹਨਾਂ ਨੂੰ ਪਤਾ ਯਾਰ ਆ ਦਿੱਲੀ ਵਾਲੇ ਬੰਦੇ ਫੇਰ ਆ ਗਏ। ਹੁਣ ਉਹ ਪ੍ਰੈਸ਼ਰ ਗਰੁੱਪ ਨਹੀਂ ਲੂਜ਼ ਕਰਨਾ, ਪ੍ਰੈਸ਼ਰ ਗਰੁੱਪ ਮਸਟ ਆ, ਪਰ ਨਾਲ ਸਿਆਸਤ ਵਿੱਚ ਜਾਣਾ ਉਹ ਤੋਂ ਜ਼ਿਆਦਾ ਜ਼ਰੂਰੀ ਹੈ। ਵੇਖੋ ਨਸ਼ੇ ਆ, ਹੁਣ ਜਿਹੜੀ ਇੱਕ ਯੂਨੀਅਨ ਆ ਜਾਂ ਯੂਨੀਅਨਾਂ ਵਾ, ਕਿਤੇ ਕਿਤੇ ਧਰਨਾ ਮਾਰਨ, ਨਸ਼ਾ ਵਿਕਣ ਦਿਆ ਪੰਜਾਬ 'ਚ, ਪੰਜਾਬ ਦੇ ਪਾਣੀ ਬਾਹਰ ਚਲ ਗਏ, ਜ਼ਮੀਨਾਂ ਬੰਜਰ ਹੋ ਗਿਆ, ਬੱਚੇ ਸਾਡੇ ਬਾਹਰ ਭੱਜਦੇ ਆ, ਸਕੂਲ ਦਿਨੋਂ ਦਿਨ ਬੰਦ ਹੋਈ ਜਾਂਦੇ ਆ, এনवायरमेंट ਦਾ ਬੇੜਾ ਗਰਕ ਕਰਦਾ, ਕੈਂਸਰ ਨਿਕਲ ਰਹੀ ਪਾਣੀ ਦੀ ਟੂਟੀਆਂ 'ਚੋਂ, ਵੂਮਨ ਇੰਪਾਵਰਮੈਂਟ ਦੇ ਕੌਣ। ਸੋ ਇਹਨਾਂ ਦੇ MSP ਕਿੰਨੇ ਮੁੱਦਿਆਂ ਤੇ ਉਹ ਧਰਨੇ, ਫਿਰ ਤੇ ਸਾਡਾ ਪੰਜਾਬ ਧਰਨੇ 'ਚ ਹੀ ਰਹੂਗਾ। ਕਿਤੇ ਨਾ ਕਿਤੇ ਧਰਨੇ ਵੀ ਮਾਰਨੇ ਪੈਣੇ ਜਿੱਥੇ ਜ਼ਰੂਰੀ ਬਣ ਜਾਂਦਾ, ਪਰ ਨਾਲੋਂ ਨਾਲ ਉਹ ਕੰਮ ਵੀ ਕਰਨਾ ਜ਼ਰੂਰੀ ਆ ਜਿੱਥੇ ਕੁਰਸੀਆਂ ਤੇ ਬਹਿ ਕੇ ਕਾਨੂੰਨ ਹੀ। ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਗਰੁੱਪ ਦੇ ਨਾਲ ਨਾਲ ਗਵਰਨੈਂਸ ਦੇ ਵਿੱਚ ਹੋਣਾ ਜ਼ਰੂਰੀ ਹੈ? ਤੁਹਾਡੀ ਆਈਡੀਓਲੋਜੀ ਇਹ ਕਹਿੰਦੀ ਬਾਈ ਜੀ, ਮੈਂ ਕਹਿੰਦਾ ਮੇਰੇ ਅੱਗੇ ਕੋਈ ਵੀ ਬੰਦਾ ਕਰ ਦੋ, ਸਾਰੀ ਦੁਨੀਆ ਦਾ ਇਹੋ ਹੀ ਆਈਡੀਓਲੋਜੀ ਅੱਗੇ ਲੈ ਕੇ ਆਊਗਾ ਕਿ ਦੋਵੇਂ ਚੀਜ਼ਾਂ ਜ਼ਰੂਰੀ ਆ, ਔਰ ਦੋਵੇਂ ਚੀਜ਼ਾਂ ਹੀ ਬਹੁਤ ਜ਼ਰੂਰੀ ਆ, ਔਰ ਇਕੱਠੇ ਹੋ ਗਈਆਂ ਨਾ, ਉਦੋਂ ਤੁਸੀਂ ਕਹ ਲਓ ਕਿ ਸਾਡਾ ਜਿਹੜਾ ਪੰਜਾਬ ਹੈ, ਸੁਨਹਿਰਾ ਪੰਜਾਬ, ਇੱਕ 골ਡਨ ਜਿਹੜੀ ਆਪਾਂ ਗੱਲ ਤੇਰੇ ਪੋਸੀਬਲ ਕਰ ਸਕਦੀ ਹੈ। ਜਿਵੇਂ ਮੰਨ ਲਓ ਕਿਸਾਨ ਨੇ, ਕਿ ਕਿਸਾਨ ਇਦਾਂ ਪੋਸੀਬਲ ਹੋ ਸਕਦਾ ਕਿ ਇੱਕ ਪਾਸੇ ਪ੍ਰੈਸ਼ਰ ਗਰੁੱਪ ਹੋਵੇ, ਦੂਜੇ ਪਾਸੇ ਕਿਸਾਨ ਹੀ ਗਵਰਨੈਂਸ ਕਰ ਰਹੇ ਹੋਣ? ਮੈਂ ਫੀਲ ਕਰਦਾ ਜਦੋਂ ਇਹ ਇਲੈਕਸ਼ਨਾਂ ਖਤਮ ਹੁੰਦੀਆਂ ਨਾ, ਮੈਂ ਫੀਲ ਕਰਦਾ ਕਿ ਸਾਨੂੰ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਣਾ, ਸਾਨੂੰ ਉਹਨਾਂ ਕਿਸਾਨ ਯੂਨੀਅਨਾਂ ਕੋਲ ਜਾਣਾ ਪੈਣਾ ਕਿ ਆਹ ਵੇਖੋ, ਚਲੋ ਆਹ ਸਾਡੀ ਸੋਚ ਸੀ, ਇੱਥੇ ਅਸੀਂ ਗਲਤੀ ਕਰ ਗਏ, ਪਰ ਹੁਣ ਆਪਾਂ ਆਉਣ ਵਾਲੇ ਟਾਈਮ 'ਚ ਅਸੀਂ ਆਹ ਸੋਚ ਰੱਖਦੇ ਹਾਂ ਕਿ ਤੁਸੀਂ ਪਿੱਛੇ ਲੱਗੋ, ਆਹ ਬੰਦੇ ਨੂੰ ਆਪਾਂ ਅੱਗੇ ਲਾ ਲਈਏ, 117 ਲੱਭ ਲਈਏ, ਤੁਸੀਂ ਦੱਸੋ ਸਾਨੂੰ, ਆਪਾਂ ਚੰਗੇ ਚਿਹਰੇ ਲੈ ਕੇ ਆਈਏ, ਉਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਅੱਗੇ ਕਰਨਾ। ਠੀਕ ਹੈ, ਏਦਾਂ ਆਪਾਂ ਨਾਲ ਪ੍ਰੈਸ਼ਰ ਗਰੁੱਪ ਤੁਹਾਡਾ ਰਵੇ, ਨਾਲ ਸਿਆਸਤ ਦੀ ਗੱਦੀ ਹਾਸਲ ਕਰੀਏ ਔਰ ਪੰਜਾਬ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਇਹਨਾਂ ਲੋਕਾਂ ਨੇ ਖਾ ਲਿਆ ਪੰਜਾਬ ਨੂੰ। ਹੁਣ ਸਾਡੇ ਕੋਲ ਰਹਿ ਨਹੀਂ ਕੁਝ ਗਿਆ, 733 ਸ਼ਹੀਦ ਕਰਾ ਲਏ, ਕਰੋੜਾਂ ਰੁਪਏ ਲਾਤੇ, ਅਰਬਾਂ ਰੁਪਏ ਲਾਤੇ ਦਿੱਲੀ ਬਾਰਡਰਾਂ ਤੇ। ਪੰਜਾਬ ਦਾ ਜਿਹੜੇ ਇੰਟੈਲੈਕਚੁਅਲ ਲੋਕ ਨੇ, ਜਿਹੜੇ ਬੁੱਧੀਜੀਵੀ ਲੋਕ ਨੇ, ਡਾਕਟਰ ਸਾਹਿਬ, ਉਹ ਮੰਨਦੇ ਨੇ ਕਿ ਜੋ ਲੈਵਲ ਸੀਗਾ ਜਿਸ ਦਿਨ ਜਿੱਤ ਕੇ ਮੁੜੇ ਆ ਦਿੱਲੀ ਤੋਂ, ਜਿਸ ਦਿਨ ਕਾਨੂੰਨ ਵਾਪਸ ਹੁੰਦੇ ਆ, ਅੱਜ ਜੋ ਕਿਸਾਨ ਆਗੂਆਂ ਦਾ ਉਹ ਲੈਵਲ ਨਹੀਂ ਰਿਹਾ ਇਲੈਕਸ਼ਨ ਸਿਸਟਮ ਦੇ ਵਿੱਚ ਆਉਣ ਕਰਕੇ, VOTING ਸਿਸਟਮ ਦੇ ਵਿੱਚ ਆਉਣ ਕਰਕੇ। ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਮੇਬੀ ਅਗਰੀ ਕਰਦਾ ਕਿ ਠੀਕ ਆ, ਇਲੈਕਸ਼ਨ ਵਿੱਚ ਉਹ ਮੈਂ ਉਹੀ ਗੱਲ ਫਿਰ ਆਪਾਂ ਸ਼ੁਰੂ ਵਾਲੀ ਕਰ ਲਈ ਕਿ ਆਪ ਇਲੈਕਸ਼ਨ ਨਾ ਲੜੋ, ਪਰ ਚਿਹਰੇ ਜ਼ਰੂਰ ਅੱਗੇ ਕਰੋ ਔਰ ਚਿਹਰੇ ਨੂੰ ਸਪੋਰਟ ਕਰਨਾ ਜ਼ਰੂਰੀ ਆ। ਮੈਂ ਫਿਰ ਗੱਲ ਕਰ ਰਿਹਾ ਉਹ ਗੱਲ ਮੇਬੀ ਮੈਂ ਕਹਿੰਦਾ ਕਿ ਉਹ ਸ਼ਾਇਦ ਬਹੁਤ ਜ਼ਿਆਦਾ ਸਹੀ ਆ ਕਿ ਆਪ ਨਹੀਂ ਅੱਗੇ ਆਉਣਾ, ਚਿਹਰੇ ਅੱਗੇ ਕਰਨੇ, ਪਰ ਉਹਨੇ ਤੁਸੀਂ ਜਿਨ੍ਹਾਂ ਨੂੰ ਉਮੀਦਵਾਰਾਂ ਤੇ ਇਤਰਾਜ਼ ਕੀਤਾ ਸੀ ਸ਼ੁਰੂ ਦੇ ਵਿੱਚ, ਤੁਹਾਡੀ ਇੱਥੇ ਕੰਟਰਾਡਿਕਟ ਹੋ ਗਈ ਸੀ, ਤੁਸੀਂ ਵਿਭਾਗ ਤਰੀਕੇ ਨਾਲ ਆਪਣੀ ਰਾਏ ਰੱਖੀ ਕਿ ਮੈਨੂੰ ਇਹਨਾਂ ਚੀਜ਼ਾਂ ਤੇ ਇਤਰਾਜ਼ ਹੈ, ਇਹ ਗਲਤ ਹੋ ਰਹੀਆਂ ਨੇ, ਕੀ ਉਹਨਾਂ ਚੀਜ਼ਾਂ ਤੇ ਫਿਰ ਰੀਥਿੰਕ ਹੋਇਆ ਕਿ ਉਹ ਚੀਜ਼ਾਂ ਵਾਪਸ ਉਹਨਾਂ ਨੇ SSM ਨੇ ਸੋਚੀਆਂ ਵਿਚਾਰੀਆਂ? ਨਹੀਂ, ਉਹਨਾਂ ਨੇ ਫਿਰ ਉਹਨਾਂ ਦਾ ਆਪ ਦਾ ਕਹਿਣਾ ਸੀ ਕਿ ਜੇ ਹੁਣ ਅਸੀਂ ਟਿਕਟਾਂ ਵਾਪਸ ਲੈਣੀਆਂ ਸ਼ੁਰੂ ਕਰਤੀਆਂ ਤੇ ਫਿਰ ਸਾਰੇ ਲੋਕ ਉਲਟ ਹੋ ਜਾਣੇ ਸ਼ੁਰੂ ਕਰ ਗਏ, ਇਹ ਕੀ ਕਰੀ ਜਾਂਦੇ ਆ। ਸੋ ਮੈਂ ਕਿਹਾ ਹੁਣ ਤੁਸੀਂ ਕੀ ਕਰ ਸਕਦੇ, ਫਿਰ ਠੀਕ ਹੈ ਤੁਹਾਡੀ ਮਰਜ਼ੀ ਆ। ਮੈਂ ਇਹ ਆ ਕਿ ਮੈਂ ਚੰਗੇ ਚਿਹਰਿਆਂ ਤੋਂ ਬੈਕ ਆਊਟ ਨਹੀਂ ਕਰਦਾ, ਚੰਗਿਆਂ ਨੂੰ ਮੈਂ ਦੱਬ ਕੇ ਜਿੰਨਾ ਵੀ ਆਪਣਾ ਕਰ ਸਕੂੰ ਆਪਣੀ ਮਿਹਨਤ ਕਰੂੰਗਾ। ਦੇਖੋ ਗੱਲ ਉਹੀ ਆਉਂਦੀ ਆ, ਪਹਿਲੇ ਦਿਨ ਸਭ ਕੁਝ ਨਹੀਂ ਹਾਸਲ ਹੁੰਦਾ, ਹੌਲੀ ਹੌਲੀ ਬੰਦਾ ਗਲਤੀਆਂ ਕਰਦਾ। ਜੇ ਮੈਂ ਗਲਤੀਆਂ ਕਰ ਸਕਦਾ, ਕੋਈ ਵੀ ਗਲਤੀ ਕਰ ਸਕਦਾ। ਸੋ ਗਲਤੀਆਂ ਨੂੰ ਮੰਨ ਕੇ ਅੱਗੇ ਤੁਰਨਾ ਔਰ ਜਿਹੜੀ ਲੜਾਈ ਆ ਉਹਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਆ। ਸੋ ਅਸੀਂ ਟਰਾਈ ਕਰ ਰਹੇ ਹਾਂ ਆਪਣੀ ਲੜਾਈ ਨੂੰ ਜਾਰੀ ਰੱਖਣਾ। ਗਲਤੀਆਂ ਹੋ ਗਈਆਂ, ਉਹਦੀਆਂ ਨਾਲੋਂ ਨਾਲ ਮਾਫੀਆਂ ਮੰਗ ਲੀਆਂ, ਕੁਝ ਗਲਤੀਆਂ ਹੋਣ ਕਰਾਂਗੇ ਫਿਰ ਜਾ ਕੇ ਮਾਫੀਆਂ ਮੰਗ ਲਾਂਗੇ, ਪਰ ਐਂਡ ਤੇ ਸਾਡੀ ਸੋਚ ਆ ਪੰਜਾਬ ਦੇ ਲਈ, ਆਪਣਾ ਸਭ ਕੁਝ ਸਾਈਡ ਤੇ ਰੱਖ ਕੇ ਪੰਜਾਬ ਦੇ ਲਈ ਸੱਚੇ ਮਨੋਂ ਇੱਥੇ ਲੱਗੇ ਆ। ਸੋ ਸਾਡੀ ਸੋਚ ਆ ਕਿ ਅਸੀਂ ਪੰਜਾਬ ਲਈ ਭਲਾ ਕਰਨਾ ਚਾਹੁੰਦੇ, ਭਲਾ ਵੇਖਣਾ ਚਾਹੁੰਦੇ, ਕਿਉਂਕਿ ਇੱਕ ਦਿਨ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਬਾਹਰਲੇ ਦੇਸ਼ਾਂ ਚਲ ਗਏ ਆ ਉਹ ਵਾਪਸ ਪੰਜਾਬ ਮੁੜ ਸਕਣ। ਸੋ ਮਿਹਨਤ ਆ, ਗਲਤੀਆਂ ਕੀਤੀਆਂ ਵਾ ਹੋ ਸਕਦੀਆਂ, ਪਰ ਮਨੋਂ ਦਿਲੋਂ ਚਾਹੁੰਦੇ ਨਹੀਂ ਸਾਂ, ਹੋ ਗਈਆਂ। ਇਲੈਕਸ਼ਨ ਦੇ ਵਿੱਚ ਹਾਰ ਜਿੱਤ ਪਬਲਿਕ ਦੇ ਹੱਥ ਹੁੰਦੇ ਡਾਕਟਰ ਸਾਹਿਬ, ਪਬਲਿਕ ਨੇ ਤੈਅ ਕਰਨਾ, ਜਨਤਾ ਨੇ ਤੈਅ ਕਰਨਾ ਕੌਣ ਜਿੱਤੂਗਾ ਕੌਣ ਹਾਰੂਗਾ। ਗੁਰਪ੍ਰੀਤ ਕੋਟਲੀ ਜੀ ਨੂੰ ਜਿਹੜੇ SSM ਦੇ ਉਮੀਦਵਾਰ ਨੇ ਸੀ, ਉਹਨਾਂ ਨੇ ਇੰਟਰਵਿਊ ਕੀਤਾ, ਉਹ ਕਹਿੰਦੇ ਕਿ ਡਾਕਟਰ ਸਾਹਿਬ ਨੇ ਮੈਨੂੰ ਭਰੋਸਾ ਦਿੱਤਾ ਸੀ 20 ਕਰੋੜ ਰੁਪਏ ਤੱਕ ਇਨਵੈਸਟ ਕਰਾਂਗੇ ਇਨ ਕੇਸ
ਮੰਨ ਲਓ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਇਲੈਕਸ਼ਨ ਸਿਸਟਮ ਇੰਦਰਾ ਗਾਂਧੀ ਤੱਕ ਹਰਾਤੀ ਸੀ ਲੋਕਾਂ ਨੇ, ਬਹੁਤ ਵੱਡੇ ਵੱਡੇ ਦਿੱਗਜ ਹਾਰੇ ਨੇ। ਜੇ ਇੱਥੋਂ ਗੁਰਪ੍ਰੀਤ ਕੋਟਲੀ ਨੂੰ ਨੁਮਾਇੰਦਾ ਨਹੀਂ ਬਣਾਉਂਦੇ ਲੋਕ, ਕਿ ਫਿਰ ਵੀ 20 ਕਰੋੜ ਰੁਪਈਆ ਇਨਵੈਸਟ ਕਰੋਗੇ ਇੱਥੇ? ਨਹੀਂ ਵੇਖੋ, ਮੈਂ ਤੇ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵਿੱਚ ਆਉਂਦਿਆਂ ਇੱਥੇ ਆਪਣੀ ਮਿਹਨਤ ਦੀ ਕਮਾਈ ਇਨਵੈਸਟ ਕਰ ਰਿਹਾ ਔਰ ਅੱਗੇ ਕਰਦੇ ਵੀ ਰਹਿਣਾ। ਹੁਣ ਡਿਪੈਂਡ ਕਰਦਾ ਕਿ ਜੇ ਕੋਟਲੀ ਇੱਥੋਂ ਨਹੀਂ ਜਿੱਤਿਆ, ਅਸੀਂ ਇੱਥੇ ਇਨਵੈਸਟ ਕਰਨ ਲਾਉਂਦੇ ਆ ਤੇ ਜਿਹੜਾ ਇੱਥੋਂ ਦਾ ਐਮਐਲਏ, ਇੱਥੋਂ ਦੇ ਸਰਪੰਚ ਪੰਚ ਨੇ ਸਾਨੂੰ ਖਾ ਜਾਣਾ। ਠੀਕ ਹੈ, ਜੇ ਅਸੀਂ ਕੋਈ ਚੀਜ਼ ਤੁਹਾਨੂੰ ਡਰ ਸਤਾਉਂਦਾ? ਨਹੀਂ, ਕਿਉਂ ਨਹੀਂ ਡਰ, ਇਹੋ ਤੇ ਕਰਕੇ ਤੇ ਇਹ ਕੰਮ ਕਰਾਉਂਦੇ ਆ ਅਸੀਂ। ਕੋਈ ਵੀ ਐਨਆਰਆਈ ਨੂੰ ਪੁੱਛ ਲਓ, ਤੇ ਜ਼ਮੀਨਾਂ ਵੇਚੀ ਜਾਂਦੇ, ਬਾਹਰ ਭੱਜੀ ਜਾਂਦੇ ਆ, ਘਰ ਵੇਚ ਕੇ ਬਾਹਰ ਭੱਜੀ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕੱਲ ਕਬਜ਼ਾ ਕਿੱਥੇ ਹੋ ਜਾਣਾ। ਸੋ ਸਾਡੇ ਕੋਲ ਟਰਸਟ ਫੈਕਟਰ ਨਹੀਂ ਹੈਗਾ, ਉਹ ਟਰਸਟ ਫੈਕਟਰ ਅਸੀਂ ਲਿਆਉਣਾ ਚਾਹੁੰਦੇ ਆ। ਸੋ ਉੱਥੇ ਹੀ ਆ ਸਕਦਾ ਜਿੱਥੇ ਆਪਣਾ ਸਿਆਸਤਦਾਨ ਹੋਵੇ। ਸੋ ਪੰਜਾਬ ਦੇ ਵਿੱਚ ਕੰਮ ਕਰਨਾ ਨੋ ਡਾਊਟ, ਪਰ ਫਿਰ ਉਹ ਪਾਰਟਿਕੂਲਰ ਜਗ੍ਹਾ ਤੇ ਨਹੀਂ ਹੋ ਸਕਦਾ। ਫਿਰ ਉਹ ਪੰਜਾਬ ਦੇ ਵਿੱਚ ਉੱਥੇ ਹੋਊਗਾ ਜਿੱਥੇ ਸਾਡੇ ਟਰਸਟੇਬਲ ਲੋਕ ਹੋਣਗੇ, ਜਿੱਥੇ ਅਸੀਂ ਵਾਕਈ ਪੈਸਾ ਲਾ ਸਕਦੇ ਹੋਣਗੇ, ਨਹੀਂ ਤੇ ਬਾਹਰਲੀਆਂ ਸਟੇਟਾਂ 'ਚ ਵੀ ਲਾ ਦਾਂਗੇ। ਸੋ ਕੰਮ ਕਰਨਾ, ਆਪਣੀ ਜਿਹੜੀ ਦਸਵੰਧ ਕੱਢਣਾ, ਦਸਵੰਧ ਤੋਂ ਵੀ ਕਹਿ ਲਓ ਕਿ 90% ਕੱਢਣਾ। ਹਾਂਜੀ ਹਾਂਜੀ, ਮੰਨਿਆ ਸਾਰੀ ਉਮਰ ਦੀ ਇੱਕ ਹੈਗੀ ਆ ਕਿ ਪੰਜਾਬ ਦੇ ਵਿੱਚ ਇੱਕ ਮੈਡੀਕਲ ਸਕੂਲ, ਇੱਕ ਵੱਡਾ ਹਸਪੀਟਲ, ਇੱਕ ਵੱਡੇ ਸਕੂਲ ਇੱਥੇ ਕਰਨੇ ਆ, ਇੱਥੇ ਕੰਮ ਕਰਨਾ ਵਾ। ਹੁਣ ਕਿੱਦਾਂ ਕਰਨਾ ਉਹ ਸਾਰਾ ਕੁਝ ਡਿਸਾਈਡ ਕਰੂਗਾ ਜਿਹੜਾ ਪ੍ਰੋਗਰਾਮ ਕਹਿ ਲਓ ਕਿ ਲੋਕ ਕਿੱਦਾਂ ਕਰਨੇ, ਕੰਮ ਹੋਣੇ ਆ ਕਿੱਦਾਂ ਹੋਣੇ ਆ, ਉਹ ਲੋਕ ਡਿਸਾਈਡ ਕਰਨਗੇ। ਮੈਨੀਫੈਸਟੋ ਆ ਗਿਆ, ਕਿਸਾਨਾਂ ਨੇ ਮੈਨੀਫੈਸਟੋ ਲਾਂਚ ਕਰਤਾ, ਉਹਦੇ ਬਾਬਤ ਕੀ ਕਹਿਣਾ ਚਾਹੋਗੇ? ਕਿਉਂਕਿ ਕੁਝ ਤਕਨੀਕੀ ਖਾਮੀਆਂ ਉਹਦੇ 'ਚ ਵੀ ਨੇ, ਮੈਨੀਫੈਸਟੋ 'ਚ ਵੀ। ਮੈਨੂੰ ਵਿਖਾਇਆ ਨਹੀਂ, ਮੇਰੇ ਕੋਲ ਕਾਪੀ ਨਹੀਂ ਅਜੇ ਤੱਕ ਪਹੁੰਚੀ। ਸੋ ਮੈਂ ਜਦ ਤੱਕ ਪੜ੍ਹ ਨਾ ਲਵਾਂ, ਵੇਖ ਨਾ ਲਵਾਂ, ਉਦੋਂ ਤੱਕ ਮੈਂ ਉਹਦੇ ਉੱਪਰ ਕੁਝ ਵੀ ਕਹਿਣਾ ਨਹੀਂ ਚਾਹੁੰਦਾ। ਜਿਹੜੇ ਸਵਾਲ ਉਠਾਏ ਜਾ ਰਹੇ ਨੇ ਮੈਨੀਫੈਸਟੋ ਤੇ, ਕਿਉਂਕਿ ਮੈਂ ਕੁਝ ਇਕਨੋਮਿਸਟ ਨੂੰ ਸੁਣ ਰਿਹਾ ਸੀਗਾ, ਕੁਝ ਇੰਟੈਲੈਕਚੁਅਲਸ ਨੂੰ ਸੁਣ ਰਿਹਾ ਸੀ, ਕਿ ਉਹ ਵੀ ਤੁਸੀਂ ਉਠਾਓਗੇ, ਰੇਜ਼ ਕਰੋਗੇ ਜੇ ਕੁਝ ਹੋਇਆ ਤਾਂ ਪੁਆਇੰਟਸ? ਨਹੀਂ, ਮੈਂ ਆਪਣੇ ਪੁਆਇੰਟਸ ਰੱਖੇ ਅੱਗੇ 20 ਪੁਆਇੰਟ ਰੱਖੇ ਆ, ਉਹਨੂੰ ਬਾਅਦ ਚੋਂ 30 ਰੱਖੇ ਆ। ਮੈਂ ਪੜੂੰਗਾ, ਜੇ ਐਸੀ ਕੋਈ ਚੀਜ਼ ਹੋਈ ਜਿੱਤੇ ਮੈਨੂੰ, ਸਭ ਤੋਂ ਪਹਿਲਾਂ ਮੈਂ ਪਾਰਟੀ ਕੋ ਜਾਊਂਗਾ, ਉਹਨਾਂ ਨੂੰ ਕਹੂੰਗਾ ਬਾਈ ਆ ਤੁਸੀਂ ਕੀਤਾ ਵਾ, ਇਹ 'ਚ ਮੈਨੂੰ ਆ ਥੋੜੀ ਜਿਹੀ ਪ੍ਰੋਬਲਮ ਲੱਗੀ ਆ। ਅਗੇਨ ਮੈਂ ਰੱਬ ਥੋੜੀ ਐਵੇਂ ਹਰ ਇੱਕ ਚੀਜ਼ ਮੈਂ ਬਾਹਰ ਕੱਢ ਦਾਂਗੀ, ਆ ਕਰ ਲਓ। ਪਹਿਲਾਂ ਉਹਨਾਂ ਨੂੰ ਤੇ ਮੌਕਾ ਦਿਓ, ਪਹਿਲਾਂ ਉਹਨਾਂ ਨੂੰ ਦਿਓ ਵੀ ਆ ਬਾਈ ਠੀਕ ਨਹੀਂ ਲੱਗੀ, ਸ਼ਾਇਦ ਉਹ ਐਕਸਪਲੇਨ ਕਰ ਸਕਣ, ਤੁਹਾਨੂੰ ਜਵਾਬ ਮਿਲ ਗਿਆ, ਫਿਰ ਤੁਹਾਨੂੰ ਕੀ ਲੋੜ ਆ। ਪਰ ਜੇ ਕੋਈ ਐਸੀ ਚੀਜ਼ ਹੋਈ ਜਿੱਥੇ ਮੈਨੂੰ ਵਾਕਈ ਲੱਗਦਾ ਕਿ ਮੈਨੂੰ ਇੱਥੇ ਆਪਣਾ ਹੱਥ ਖੜਾ ਕਰਨਾ ਚਾਹੀਦਾ, ਫਿਰ ਮੈਂ ਕਰ ਦੂੰਗਾ। ਪਰ ਐਵੇਂ ਨਹੀਂ ਕਿ ਐਵੇਂ ਕਿਸੇ ਦੀ ਕੋਈ ਗਲਤੀ ਲੱਭਣ ਉਹਦੇ ਨਾਲ ਤੁਰ ਪੋ ਬਈ ਲਾ ਕਰ ਦੋ। ਪਹਿਲਾਂ ਪੜਾਂਗੇ, ਫਿਰ ਉਹਨਾਂ ਕੋ ਜਾਵਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇ ਵਾਕਈ ਸਮਝ ਨਾ ਆਈ, ਉਹਨਾਂ ਨੂੰ ਕਵਾਂਗੇ ਨਹੀਂ ਸਮਝ ਆਈ ਬਾਈ ਜੀ, ਟਰਾਈ ਕਰੋ ਕਰੈਕਟ ਕਰਨ ਦੀ। ਜੇ ਫਿਰ ਵੀ ਨਹੀਂ ਕਰਦੇ, ਜੇ ਐਸੀ ਕੋਈ ਚੀਜ਼ ਹੋਈ ਜਿੱਤੇ ਵਾਕਈ ਪੰਜਾਬ ਤੇ ਮਾੜਾ ਅਸਰ ਪੈ ਸਕਦਾ, ਦੈਨ ਫਿਰ ਮੀਡੀਆ 'ਚ ਕਰ ਦਾਂਗੇ ਬਈ ਇਹ ਚੀਜ਼ ਨਾਲ ਐਗਰੀ ਨਹੀਂ ਕਰਦੇ। ਪਰ ਐਵੇਂ ਆਂਦੇ ਨਹੀਂ ਹੁੰਦੇ, ਕਿਸੇ ਦੀਆਂ ਲੱਤਾਂ ਐਵੇਂ ਕੋਈ ਭੱਜਣ ਦੀ ਕੋਸ਼ਿਸ਼ ਕਰਦਾ, ਤੁਸੀਂ ਉਹਦੀਆਂ ਲੱਤਾਂ ਤੇ ਖਿੱਚੀ ਜਾਓ, ਉਹ ਨਹੀਂ ਕੰਮ ਕਰਨਾ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਦੱਸੋ ਕਿ ਮੋਰਚੇ ਦੇ ਲੀਡਰ ਜਿਹੜੇ ਸੀਗੇ, ਉਹਨਾਂ ਦੀ ਵਿੱਚ ਆਪਸੀ ਮਤਭੇਦ, ਆਪਸੀ ਪੋਲਿਟਿਕਸ ਬਾਹਰ ਆਉਂਦੀ ਰਹੀ, ਕਿ ਤੁਹਾਨੂੰ ਇਹਨਾਂ ਗੱਲਾਂ ਨੇ ਨਿਰਾਸ਼ ਨਹੀਂ ਕੀਤਾ? ਮਸਲਨ ਡੱਲੇਵਾਲ ਜੀ ਜਾਂ ਰਾਜੇਵਾਲ ਜੀ ਇੱਕ ਦੂਜੇ ਬਾਰੇ ਜੋ ਕਹਿੰਦੇ ਰਹੇ। ਨਹੀਂ, ਉਹ ਮੈਂ ਮਾਫੀ ਮੰਗਦਾ ਡੱਲੇਵਾਲ ਜੀ ਕੋ, ਮੈਂ 100% ਸਾਰੀ ਜਥੇਬੰਦੀ ਕੋ ਮਾਫੀ ਮੰਗਦਾ। ਕਈ ਵਾਰੀ ਕੁਝ ਗਲਤੀਆਂ ਹੋ ਜਾਂਦੀਆਂ, ਕਿਉਂ ਹੋਈਆਂ ਮੈਨੂੰ ਨਹੀਂ ਪਤਾ, ਪਰ ਡੱਲੇਵਾਲ ਜੀ ਕੋ ਮੈਂ ਮਾਫੀ ਮੰਗਦਾ। ਜੇ ਕਿਸੇ ਕੋ ਵੀ ਆਪਾਂ ਕਿਸੇ ਨੂੰ ਗਲਤ ਕਹਿੰਦੇ ਆ, ਆਪਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਮੈਂ ਇਦਾਂ ਹੀ ਸਤਨਾਮ ਸਿੰਘ ਪੰਨੂ ਨੂੰ ਵੀ ਮਾਫੀ ਮੰਗਦਾ। ਉਹਨਾਂ ਨੂੰ ਫੀਲ ਹੁੰਦਾ ਕਿ ਕਿਸੇ ਬੰਦੇ ਨੇ ਉਹਨਾਂ ਨੂੰ ਗਦਾਰ ਕਿਹਾ, ਮੈਂ ਉਹ ਚੀਜ਼ ਦੀ ਮਾਫੀ ਮੰਗਦਾ। ਆਈ ਫੀਲ ਲਾਈਕ ਕਿ ਉਹ ਨਹੀਂ ਕਹਿਣੀਆਂ ਚਾਹੀਦੀਆਂ। ਸਾਡੇ ਬੰਦੇ ਸਾਰੇ ਸਾਡੇ ਬੰਦੇ ਆ, ਸਾਡੇ ਪਿਆਰ ਕਰਨ ਵਾਲੇ ਲੋਕ ਨੇ, ਇਕੱਠਿਆਂ ਬੜੀਆਂ ਲੜਾਈਆਂ ਲੜਨੀਆਂ। ਹੋ ਸਕਦਾ ਆਪਣੀ ਸੋਚ 'ਚ ਡਿਫਰੈਂਸ ਹੋਵੇ, ਪਰ ਆਪਾਂ ਕਿਸੇ ਨੂੰ ਦੂਰ ਨਹੀਂ ਕਰਨਾ, ਸਾਰਿਆਂ ਨੂੰ ਬੰਨ ਕੇ ਰੱਖਣਾ। ਇਹ ਤੇ ਇੱਕ ਲੜਾਈ ਜਿੱਤੀ ਹੈ, ਜੇ 100 ਲੜਾਈਆਂ ਬਾਕੀ ਆ, ਜੇ ਬਹੁਤ ਕੁਝ ਕਰਨਾ। ਸੋ ਆਪਾਂ ਇੱਕ ਦੂਜੇ ਨਾਲ ਵੇਖੋ, ਮੈਂ ਦੋ ਭਰਾ ਨਹੀਂ ਸੋਚ ਰਲਦੀ, ਕਈ ਵਾਰੀ ਲੜ ਵੀ ਪੈਂਦੇ ਆ, ਫਿਰ ਮੰਨ ਵੀ ਜਾਂਦੇ ਆ। ਪਰ ਜੇ ਆਪਾਂ ਗਲਤੀ ਕਰ ਲਈ, ਉਹਦੀ ਮਾਫੀ ਮੰਗੀਏ ਔਰ ਮੂਵ ਔਨ ਕਰੀਏ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਚੀਜ਼ਾਂ ਹੋ ਰਹੀਆਂ ਨੇ, ਮੰਨ ਲਓ ਇੱਕ ਵਾਰੀ ਲੱਖਾ ਸਧਾਣਾ ਨੂੰ ਮੋਰਚੇ ਤੋਂ, ਸਟੇਜ ਤੋਂ ਕਿਹਾ ਗਿਆ, ਸਿੰਘੂ ਦੀ ਸਟੇਜ ਤੋਂ ਉਹਨੂੰ ਗਦਾਰ ਕਿਹਾ ਗਿਆ, ਅੱਜ SSM ਦਾ ਉਮੀਦਵਾਰ ਆ ਮੌੜ ਤੋਂ, ਕੀ ਲੱਗਦਾ ਕਿ ਜਦੋਂ ਇਹ ਚੀਜ਼ਾਂ ਗਰਾਊਂਡ ਤੇ ਹੁੰਦੀਆਂ ਨੇ, ਜਦੋਂ ਤੁਸੀਂ ਆਈਡੀਓਲੋਜੀਕਲ ਕੁਐਸਚਨਸ ਦੇ ਵਿੱਚ ਘਿਰ ਜਾਂਦੇ ਹੋ, ਤਾਂ ਉਦੋਂ ਕਿਵੇਂ ਫਿਰ ਨਿਕਲਿਆ ਜਾਂਦਾ? ਕੀ ਸੋਚਦੇ ਹੋ ਉਦੋਂ? ਮੈਨੂੰ ਪਤਾ ਨਹੀਂ ਹੈ ਕਿ SSM ਦੀ ਕੀ ਆਈਡੀਓਲੋਜੀ ਆ, ਕੀ ਉਹਦੇ ਨਾਲ ਮਤਲਬ ਕੀ ਹਿਸਾਬ ਕਿਤਾਬ ਆ, ਕਿਉਂ ਮਤਲਬ ਕਿ ਉੱਤੇ ਕੀ ਹੈਗਾ, ਆਈ ਡੋਂਟ ਨੋ। ਮੈਂ ਉਹਦੇ ਉੱਪਰ ਕੋਈ ਵੀ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ। ਜਿਹੜੇ ਲੋਕ ਨੇ ਡਿਸੀਜਨ ਲਿਆ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕੀ ਆ, ਕਿੱਥੇ ਤੁਹਾਡੀ ਸੋਚ ਉੱਥੇ ਸੀ ਕਦੋਂ, ਅੱਜ ਸੋਚ ਜੇ ਬਦਲੀ ਆ, ਕਿਉਂ ਬਦਲੀ ਆ, ਇਹਦੇ ਜਵਾਬ ਉਹ ਦੇ ਸਕਦੇ ਆ। ਮੇਰੇ ਕੋਲ ਤੇ ਉਹਦਾ ਜਵਾਬ ਨਹੀਂ ਹੈ। ਤੁਸੀਂ ਸਾਰਿਆਂ ਲਈ SSM ਦੇ ਸਾਰੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹੋ ਜਾਂ ਕੁਝ ਲਈ? ਨਹੀਂ, ਕੁਝ ਲਈ। ਜਿਹੜੇ ਵੇਖੋ ਟਾਈਮ ਵੀ ਬਾਉਂਡਿੰਗ ਆ, 117 ਸੀਟਾਂ ਤੇ ਜਾ ਨਹੀਂ ਸਕਦਾ। ਸੋ ਕੁਝ ਲੋਕ ਇਹ ਨਾ ਸੋਚੋ ਕਿ ਜੇ ਮੈਂ ਇਹਨਾਂ 30 ਤੇ ਗਿਆ ਤੇ ਬਸ ਇਹੋ ਹੀ 30 ਚੰਗੇ ਆ, ਐ ਨਹੀਂ ਆ। ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇਦਾਂ ਮੈਂ ਕਿਸੇ ਦੇ ਮੋਹਰਾ ਨਹੀਂ ਲਾਉਂਦਾ ਫਿਰਦਾ, ਨਾ ਹੀ ਮੈਂ ਰੱਬ ਆ।
ਇਹ ਆ ਕਿ ਟਾਈਮ ਬਾਉਂਡ ਆ, ਮੈਂ ਮੇਰੇ ਕੋਲ ਟਾਈਮ ਹੁੰਦਾ ਕਿਆ, ਸੋ ਏਰੀਆ ਵੇਖਣਾ ਪੈਂਦਾ। ਸੋ ਮੈਂ ਸਾਰਿਆਂ ਲਈ ਆਬਵੀਅਸਲੀ ਜਿਹੜੇ ਗਲਤ ਆ ਉਹਨਾਂ ਲਈ ਨਹੀਂ ਜਾਊਂਗਾ, ਉਹ ਮੇਰੀ ਲਾਈਨ ਕ੍ਰਾਸ ਆ। ਪਰ ਹੋ ਸਕਦਾ ਬਹੁਤ ਚੰਗਿਆਂ ਦੇ ਮੈਂ ਨਾ ਜਾ ਪਾਵਾਂ ਕਿਉਂਕਿ ਟਾਈਮ ਬਾਉਂਡ ਆ। ਇੱਕ ਦਿਨ ਚ ਮੈਂ ਟਰਾਈ ਕਰ ਰਿਹਾ 6 ਹਲਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਕਈ ਥਾਵਾਂ ਤੇ 4 ਹੀ ਨਿਕਲੇ। ਹੁਣ ਜਿੱਦਾਂ ਤੁਹਾਡੇ ਵਰਗੇ ਵੀਰ ਮੈਨੂੰ ਖਿੱਚ ਲੈਂਦੇ, ਹੁਣ ਮੈਂ ਅੱਗੇ ਆਪਣੇ ਹਲਕੇ 'ਚ ਲੇਟ ਹੁੰਦਿਆ, ਫਿਰ ਮੈਂ ਤੈਨੂੰ ਕਿਹਾ ਸੀ ਮੇਰੀ ਕਾਰ 'ਚ ਇੰਟਰਵਿਊ ਕਰ ਲਾ, ਤੂੰ ਕਹਿੰਦਾ ਨਹੀਂ ਡਾਕਟਰ ਸਾਹਿਬ ਆ ਪਾਰਕ ਵਿਖਾਉਣੀ ਹੈ। ਸੋ ਤੇਰਾ ਪਿਆਰ ਮੈਨੂੰ ਖਿੱਚ ਕੇ ਮੈਨੂੰ ਲੇਟ ਕਰਨ ਦਿਆ। ਸੋ ਆਪਣੇ ਟਰਾਈ ਕਰਦੇ ਆ, ਪਰ ਕਈ ਵਾਰੀ ਉੱਥੇ ਨਹੀਂ ਜਾ ਪਾਊਂਗਾ। ਸੋ ਇਹ ਪਲੀਜ਼ ਮੇਰੀ ਇਹ ਨਾ ਸਮਝੋ ਮੋਹਰ ਕਿੱਥੇ ਕਿੱਥੇ ਲਾਈ, ਮੋਹਰਾ ਨਹੀਂ ਲਾਉਣ ਦਿਆ ਮੈਂ। ਠੀਕ ਹੈ ਡਾਕਟਰ ਸਾਹਿਬ, ਬਸ ਜ਼ਿਆਦਾ ਸਮਾਂ ਨਹੀਂ ਲੈਂਦਾ, 2 ਸਵਾਲ ਅਖੀਰਲੇ ਹੈ। ਇੱਕ ਤਾਂ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ, ਦੋ ਹੋਰ। ਅੱਛਾ, ਪਰ ਤੇਰਾ ਸਵਾਲ ਬਹੁਤ ਵਧੀਆ। ਹਾਂਜੀ ਦੇਖੋ ਕਨਸਟੀਟਿਊਸ਼ਨ, ਕੋਈ ਵੀ ਕ੍ਰਿਮੀਨਲ ਆ, ਕੋਈ ਵੀ ਨਾਗਰਿਕ ਆ, ਉਹਦੇ ਉੱਪਰ ਕਨਸਟੀਟਿਊਸ਼ਨ ਲਾਗੂ ਹੁੰਦਾ। ਠੀਕ ਹੈ 84 ਵਿੱਚੋਂ ਕਨਸਟੀਟਿਊਸ਼ਨ ਤੋੜਿਆ ਗਿਆ। ਅੱਜ ਵੀ ਐਸੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਭਾਰਤ ਦੀਆਂ ਜੇਲ੍ਹਾਂ ਦੇ ਵਿੱਚ, ਠੀਕ ਹੈ, ਜਿਨ੍ਹਾਂ ਦੀ ਜਾਂ ਤੇ ਉਹਨਾਂ ਦਾ ਜਿਹੜਾ ਪੀਰੀਅਡ ਹੈ ਖਤਮ ਹੋ ਗਿਆ, ਤੇ ਜਾਂ ਉਹਨਾਂ ਨੇ ਕੀਤਾ ਹੀ ਕੱਖ ਨਹੀਂ। ਬਾਈ ਕਨਸਟੀਟਿਊਸ਼ਨ ਸਾਰਿਆਂ ਲਈ ਸੇਮ ਆ, ਫਿਰ ਉਹਨਾਂ ਲੋਕਾਂ ਨੂੰ ਵੀ ਜੇਲ੍ਹਾਂ ਚੋਂ ਕੱਢ ਦੋ ਨਾ ਮੇਰੇ ਭਰਾ। ਉਹਨਾਂ ਤੇ ਵੀ ਕੁਝ ਰਹਿਮ ਕਰੋ, ਉਹਨਾਂ ਦੇ ਪਰਿਵਾਰਾਂ ਤੇ ਰਹਿਮ ਕਰੋ, ਉਹਨਾਂ ਦੇ ਘਰਦਿਆਂ ਤੇ ਰਹਿਮ ਕਰੋ। ਤੁਹਾਡੇ ਮੁਤਾਬਕ ਇਹ ਸਹੀ ਹੋਇਆ ਜਾਂ ਗਲਤ? ਬਾਈ ਜੀ ਮੈਂ ਤੁਹਾਨੂੰ ਦੱਸ ਰਿਹਾ, ਕਨਸਟੀਟਿਊਸ਼ਨ ਜੋ ਕਹਿੰਦਾ ਤੁਸੀਂ ਕਨਸਟੀਟਿਊਸ਼ਨ ਨੂੰ ਫੋਲੋ ਕਰੋ। ਡਾਕਟਰ ਕੌਣ ਹੈ? ਡਾਕਟਰ ਕਨਸਟੀਟਿਊਸ਼ਨ ਤੋਂ ਵੱਡਾ ਥੋੜਾ। ਪਰ ਮੈਂ ਇੰਨਾ ਹੀ ਕਹਿ ਰਿਹਾ, ਜੋ ਤੁਸੀਂ ਇੱਕ ਲਈ ਕਰ ਰਹੇ ਹੋ ਫਿਰ ਬਾਕੀਆਂ ਲਈ ਵੀ ਕਰੋ ਨਾ ਮੇਰੇ ਭਰਾ। ਇਸ ਵੇਲੇ ਬੇਕਸੂਰ ਲੋਕ ਜੇਲ੍ਹਾਂ ਦੇ ਵਿੱਚ ਇਸ ਵੇਲੇ ਤੜਫ ਰਹੇ ਨੇ, ਉਹਨਾਂ ਦੇ ਘਰ ਦੇ ਤੜਫ ਰਹੇ ਨੇ, ਉਹਨਾਂ ਦਾ ਵੀ ਸੋਚ ਲਓ ਨਾ, ਫਿਰ ਉਹਨਾਂ ਦਾ ਵੀ ਸੋਚਣਾ ਜ਼ਰੂਰੀ ਆ ਨਾ। ਭਾਜਪਾ ਇੱਥੇ ਸਿੰਗਰਸ ਨੂੰ, ਅਦਾਕਾਰਾਂ ਨੂੰ, ਇੰਡਸਟਰੀਅਲਿਸਟਾਂ ਨੂੰ ਅਪਰੋਚ ਕਰ ਰਹੀ ਹੈ ਕਿ ਸਾਡੀ ਪਾਰਟੀ ਜੁਆਇਨ ਕਰੋ। ਡਾਕਟਰ ਸਵੈਮਾਨ ਨੂੰ ਵੀ ਅਪਰੋਚ ਹੋਈ ਕਿ ਨਹੀਂ? ਭਾਈ ਜੇ ਤੇ ਲਾਈਨ ਹੀ ਕ੍ਰਾਸ ਕਰਤੀ, ਅਪਰੋਚ ਕਰਨ ਦਾ ਕੀ ਫਾਇਦਾ? ਕਰੀ ਜਾਓ ਅਪਰੋਚਾਂ ਦਾ ਕੀ ਆ? ਪਰ 733 ਸ਼ਹੀਦ ਜਿਹੜੇ ਵੇਖੇ ਆ, ਆਪਣੇ ਹੱਥਾਂ ਨਾਲ ਲਾਸ਼ਾਂ ਚੁੱਕੀਆਂ ਆਪਣੇ ਬਜ਼ੁਰਗਾਂ ਦੀਆਂ, ਐ ਨਹੀਂ ਡਾਕਟਰ ਭੁੱਲਦਾ। ਤੇ ਉਧਰ ਤੇ ਕਦੀ ਮੂੰਹ ਵੀ ਨਾ ਕਰੋਗੇ। ਹੁਣ ਮੈਂ ਪੰਜਾਬੀਆਂ ਨੂੰ ਕਹਿੰਦਾ, ਜਿਹੜੀ ਆਪਣੀ ਗੈਰਤ ਆ ਨਾ, ਜਿਹੜੀ ਸਾਡੀ ਅਣਖ ਆ, ਉਹਨੂੰ ਜਗਾਈ ਰੱਖੋ। ਕਿਤੇ ਉਹ ਝੰਡਾ ਨਾ ਫੜ ਲਿਓ ਜਿਹਨੇ ਸਾਡੇ 733 ਰੋਲ ਦਿੱਤੇ, ਸ਼ਹੀਦ ਕੀਤੇ। ਆਪਣਾ ਪੰਜਾਬ ਯਾਦ ਰੱਖਿਓ, ਵੇਚਣ ਤੇ ਲਿਆਂਦਾ ਸੀ ਤੁਹਾਨੂੰ, ਔਰ ਜਿੱਥੇ ਅੱਜ ਨਹੀਂ ਕੱਲ ਫੇਰ ਵੇਚਣਗੇ। ਇਹਨਾਂ ਦੀਆਂ ਨੀਤੀਆਂ, ਇਹ ਨੀਤੀਆਂ ਤੁਹਾਨੂੰ ਮਾਰਨਗੀਆਂ। ਇਹ ਸਿੱਖਾਂ ਨੂੰ ਵੀ ਮਾਰਨਗੀਆਂ, ਇਹ ਹਿੰਦੂਆਂ ਨੂੰ ਵੀ ਮਾਰਨਗੀਆਂ, ਇਹ ਮੁਸਲਮਾਨਾਂ ਨੂੰ ਵੀ ਮਾਰਨਗੀਆਂ। ਦੰਗੇ ਕਰਾਉਣ ਵਿੱਚ ਇਹਨਾਂ ਦੇ ਹੱਥ ਇਹ ਸਰਕਾਰਾਂ ਨੇ ਰੋਲਤਾ ਪੰਜਾਬ ਨਹੀਂ, ਰੋਲਤਾ ਦੇਸ਼, ਧਰਮ ਵਿੱਚ ਲੜਾਤਾ ਸਾਨੂੰ। ਬਈ ਹੱਥ ਜੋੜ ਕੇ ਬੇਨਤੀ ਆ, ਇੱਕ ਡੈਮੋਕ੍ਰੈਟਿਕ ਦੇਸ਼ ਨੇ ਇੰਡੀਆ, ਇਹਦੇ ਡੈਮੋਕ੍ਰੇਸੀ ਦੀ ਰਿਸਪੈਕਟ ਕਰੋ, ਧਰਮਾਂ ਵਿੱਚ ਪਿਆਰ ਸਤਿਕਾਰ ਇਹ ਬਣਾਈ ਰੱਖੋ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਸਨ ਆਪਣੇ ਨਾਲ ਡਾਕਟਰ ਸਵੈਮਾਨ, ਜਿਨ੍ਹਾਂ ਦੇ ਨਾਲ ਆਪਾਂ ਇਲੈਕਸ਼ਨ 2022 ਦੇ ਬਾਬਤ ਗੱਲਬਾਤ ਕੀਤੀ। ਅੱਜ ਗੁਰਪ੍ਰੀਤ ਕੋਟਲੀ ਦੇ ਲਈ ਪ੍ਰਚਾਰ ਕਰ ਰਹੇ ਸਨ ਗਿੱਦੜਬਾਹਾ ਹਲਕੇ ਤੋਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਦਾਂ ਹੀ ਇਲੈਕਸ਼ਨ ਦੇ ਉੱਤੇ ਨਜ਼ਰ ਬਣਾਈ ਰੱਖੋ। ਆਈਵਲ ਟੀਵੀ ਦੇ ਨਾਲ ਜੁੜੇ ਰਹੋ।